ਤਲਵਾਰ ਤੋਂ ਸੰਸਥਾ ਤੱਕ ਇਹ ਸਿਰਫ ਇੱਕ ਸਿਰਲੇਖ ਨਹੀਂ, ਸਗੋਂ ਇੱਕ ਪੂਰੀ ਕੌਮ ਦੇ ਸਫ਼ਰ ਦੀ ਕਹਾਣੀ ਹੈ। ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪੂਰੀ ਕਹਾਣੀ ਸਿਰਫ ਇੱਕ ਤਾਰੀਖ, ਸਿਰਫ 14 ਅਪ੍ਰੈਲ ਦੇ ਆਲੇ-ਦੁਆਲੇ ਘੁੰਮਦੀ ਹੈ। ਤਾਂ ਆਓ ਮਿਲ ਕੇ ਦੇਖਦੇ ਹਾਂ ਕਿ ਇਹ ਦਿਨ ਸਿੱਖ ਇਤਿਹਾਸ ਦੇ ਇੰਨੇ ਵੱਡੇ ਬਦਲਾਅ ਦਾ ਗਵਾਹ ਕਿਵੇਂ ਬਣਿਆ। ਤਾਂ ਸਵਾਲ ਉਹੀ ਹੈ ਨਾ, ਕਿ ਇੱਕ ਦਿਨ ਸਿਰਫ ਇੱਕ ਕੈਲੰਡਰ ਦੀ ਤਾਰੀਖ ਇੱਕ ਪੂਰੀ ਕੌਮ ਦੀ ਕਹਾਣੀ ਕਿਵੇਂ ਦੱਸ ਸਕਦੀ ਹੈ। ਦੇਖੋ, ਸਿੱਖ ਕੌਮ ਲਈ 14 ਅਪ੍ਰੈਲ ਸਿਰਫ ਇੱਕ ਆਮ ਦਿਨ ਨਹੀਂ ਹੈ, ਇਹ ਤਾਂ ਇੱਕ ਸ਼ੀਸ਼ੇ ਵਾਂਗ ਹੈ ਜਿਸ ਵਿੱਚ ਝਾਤੀ ਮਾਰੀਏ ਤਾਂ ਪੂਰਾ ਇਤਿਹਾਸ, ਉਹਨਾਂ ਦੇ ਸੰਘਰਸ਼ ਅਤੇ ਉਹਨਾਂ ਦਾ ਵਿਕਾਸ ਸਭ ਕੁਝ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਤਾਂ ਇਹ ਤਾਰੀਖ ਇੱਕ ਬਹੁਤ ਹੀ ਦਿਲਚਸਪ ਸਫ਼ਰ ਦੀ ਨਿਸ਼ਾਨੀ ਹੈ। ਸੋਚ ਕੇ ਦੇਖੋ, ਇੱਕ ਪਾਸੇ ਤਲਵਾਰਾਂ ਦੀ ਟੱਕਰ, ਫੌਜੀ ਜਿੱਤਾਂ, ਤੇ ਦੂਜੇ ਪਾਸੇ ਕਾਲਜ ਤੇ ਯੂਨੀਵਰਸਿਟੀਆਂ ਵਰਗੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਦੀ ਉਸਾਰੀ। ਚਲੋ ਫਿਰ ਇਸ ਕਹਾਣੀ ਦੇ ਵੱਖ-ਵੱਖ ਪੜਾਵਾਂ ਨੂੰ ਜ਼ਰਾ ਨੇੜਿਓਂ ਦੇਖਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਦੌਰ ਦੀ ਜਦੋਂ ਤਲਵਾਰ ਹੀ ਸਭ ਕੁਝ ਸੀ। ਦੇਖੋ, ਸ਼ੁਰੂਆਤੀ ਸਿੱਖ ਪਛਾਣ ਮੈਦਾਨ-ਏ-ਜੰਗ ਵਿੱਚ ਕੜੀ ਗਈ ਸੀ। ਉਸ ਵੇਲੇ ਦੇ ਵੱਡੇ-ਵੱਡੇ ਸਾਮਰਾਜਿਆਂ ਦੇ ਸਾਹਮਣੇ ਖੜੇ ਹੋਣ ਲਈ, ਆਪਣੀ ਹੋਂਦ ਬਚਾਉਣ ਲਈ ਤਲਵਾਰ ਚੁੱਕਣੀ ਜ਼ਰੂਰੀ ਹੋ ਗਈ ਸੀ, ਤੇ ਇਹੀ ਤਲਵਾਰ ਫਿਰ ਪਛਾਣ ਦਾ ਪ੍ਰਤੀਕ ਬਣ ਗਈ। ਇਸ ਕਹਾਣੀ ਨੂੰ ਸਮਝਣ ਲਈ ਸਾਨੂੰ ਸਾਲ 1634 ਵਿੱਚ ਵਾਪਸ ਜਾਣਾ ਪਵੇਗਾ। ਮਾਹੌਲ ਕੁਝ ਇੰਜ ਸੀ ਕਿ ਇੱਕ ਪਾਸੇ ਸੀ ਮੁਗਲਾਂ ਦੀ ਜ਼ਬਰਦਸਤ ਸ਼ਾਹੀ ਤਾਕਤ, ਜਿਨ੍ਹਾਂ ਦਾ ਪੂਰੇ ਹਿੰਦੁਸਤਾਨ ਤੇ ਰਾਜ ਸੀ, ਤੇ ਦੂਜੇ ਪਾਸੇ ਇੱਕ ਨਵੀਂ ਸ਼ਕਤੀ ਉੱਭਰ ਰਹੀ ਸੀ, ਸਿੱਖ ਕੌਮ। ਇਹ ਟੱਕਰ ਹੋਣੀ ਤਾਂ ਲਾਜ਼ਮੀ ਹੀ ਸੀ। ਕਹਿੰਦੇ ਨੇ ਨਾ ਕਿ ਵੱਡੇ-ਵੱਡੇ ਤੂਫਾਨਾਂ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਚੰਗਿਆੜੀ ਤੋਂ ਹੁੰਦੀ ਹੈ। ਇੱਥੇ ਵੀ ਉਹੀ ਹੋਇਆ। ਗੱਲ ਸਿਰਫ ਇੱਕ ਬਾਜ਼ ਤੋਂ ਸ਼ੁਰੂ ਹੋਈ ਤੇ ਇਸ ਛੋਟੀ ਜਿਹੀ ਝੜਪ ਨੇ ਅੰਮ੍ਰਿਤਸਰ ਦੀ ਵੱਡੀ ਲੜਾਈ ਦਾ ਰੂਪ ਲੈ ਲਿਆ। ਪਰ ਇਹ ਸਿਰਫ ਇੱਕ ਲੜਾਈ ਨਹੀਂ ਸੀ, ਇਹ ਉਹ ਮੋੜ ਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਪਹਿਲੀ ਵਾਰ ਆਪਣੀ ਫੌਜੀ ਤਾਕਤ ਦਾ ਅਜਿਹਾ ਸਬੂਤ ਦਿੱਤਾ ਕਿ ਦੁਨੀਆ ਦੇਖਦੀ ਰਹਿ ਗਈ। ਹੁਣ ਥੋੜਾ ਸਮੇਂ ਵਿੱਚ ਅੱਗੇ ਚੱਲਦੇ ਹਾਂ, ਸਾਲ 1772 ਤੱਕ। ਹੁਣ ਤੱਕ ਸਿੱਖ ਮਿਸਲਾਂ ਪੂਰੇ ਉੱਤਰੀ ਭਾਰਤ ਵਿੱਚ ਇੱਕ ਵੱਡੀ ਤਾਕਤ ਬਣ ਚੁੱਕੀਆਂ ਸਨ। ਪਰ ਫਿਰ 14 ਅਪ੍ਰੈਲ ਨੂੰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ, ਤੁਸੀਂ ਕਹਿ ਸਕਦੇ ਹੋ, ਪੂਰੀ ਗੇਮ ਹੀ ਬਦਲ ਕੇ ਰੱਖ ਦਿੱਤੀ। ਤਾਂ ਹੋਇਆ ਕਿ ਦੇਖੋ, 1700 ਦੇ ਸ਼ੁਰੂ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਬਹੁਤ ਤਬਾਹੀ ਮਚਾਈ ਹੋਈ ਸੀ, ਪਰ 1772 ਤੱਕ ਸਿੱਖ ਫੌਜਾਂ ਇੰਨੀਆਂ ਤਾਕਤਵਰ ਹੋ ਗਈਆਂ ਕਿ ਉਹ ਪੇਸ਼ਾਵਰ ਤੱਕ ਪਹੁੰਚ ਗਈਆਂ। ਤੇ ਫਿਰ ਠੀਕ 14 ਅਪ੍ਰੈਲ 1772 ਨੂੰ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਗਈ। ਬਸ ਸਿੱਖ ਸਾਮਰਾਜ ਦੇ ਰਸਤੇ ਵਿੱਚ ਜੋ ਸਭ ਤੋਂ ਵੱਡਾ ਰੌਲਾ ਸੀ ਉਹ ਹਟ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਰਾਹ ਪੱਧਰਾ ਹੋ ਗਿਆ। ਤਾਂ ਤਲਵਾਰ ਦਾ ਯੁੱਗ ਬੀਤਿਆ ਤੇ ਹੁਣ ਵਾਰੀ ਆਈ ਕਲਮ ਦੀ। ਦੇਖੋ, ਸਮੇਂ ਦੇ ਨਾਲ ਖਤਰੇ ਵੀ ਬਦਲ ਗਏ। ਹੁਣ ਲੜਾਈ ਸਿਰਫ ਮੈਦਾਨ-ਏ-ਜੰਗ ਵਿੱਚ ਨਹੀਂ ਸੀ, ਸਗੋਂ ਆਪਣੀ ਪਹਿਚਾਣ, ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਸੀ। ਤੇ ਇਸ ਨਵੀਂ ਲੜਾਈ ਲਈ ਹਥਿਆਰ ਵੀ ਨਵਾਂ ਚਾਹੀਦਾ ਸੀ। ਇਸ ਲਈ ਕੌਮ ਨੇ ਤਲਵਾਰ ਦੀ ਥਾਂ ਤੇ ਕਲਮ ਨੂੰ ਆਪਣਾ ਹਥਿਆਰ ਬਣਾਇਆ। ਇਸ ਨਵੇਂ ਦੌਰ ਨੂੰ ਸਮਝਣ ਲਈ ਸਿੰਘ ਸਭਾ ਲਹਿਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਹ 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਈ ਇੱਕ ਬਹੁਤ ਵੱਡੀ ਲਹਿਰ ਸੀ। ਕਿਉਂਕਿ ਉਸ ਵੇਲੇ ਸਿੱਖ ਨੌਜਵਾਨ ਆਪਣੇ ਸੱਭਿਆਚਾਰ ਤੋਂ ਦੂਰ ਹੋ ਰਹੇ ਸਨ ਤੇ ਬਾਹਰੀ ਪ੍ਰਭਾਵ ਬਹੁਤ ਵਧ ਰਿਹਾ ਸੀ। ਇਸ ਲਹਿਰ ਦਾ ਮਕਸਦ ਇਸੇ ਚੀਜ਼ ਨੂੰ ਰੋਕਣਾ ਤੇ ਸਿੱਖ ਪਛਾਣ ਨੂੰ ਮੁੜ ਤੋਂ ਮਜ਼ਬੂਤ ਕਰਨਾ ਸੀ। ਤੇ ਇਸੇ ਸਿੰਘ ਸਭਾ ਲਹਿਰ ਦਾ ਇੱਕ ਸਿੱਧਾ ਤੇ ਬਹੁਤ ਵੱਡਾ ਨਤੀਜਾ ਨਿਕਲਿਆ। ਠੀਕ 14 ਅਪ੍ਰੈਲ 1892 ਨੂੰ ਖਾਲਸਾ ਕਾਲਜ ਕੌਂਸਲ ਬਣਾਈ ਗਈ ਤੇ ਇਸੇ ਕੌਂਸਲ ਨੇ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ। ਉਹੀ ਖਾਲਸਾ ਕਾਲਜ ਜੋ ਅੱਜ ਵੀ ਆਧੁਨਿਕ ਸਿੱਖਿਆ ਦਾ ਇੱਕ ਬਹੁਤ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਦੇਖਿਆ ਕਲਮ ਦੀ ਤਾਕਤ। ਚਲੋ ਹੁਣ ਕਹਾਣੀ ਨੂੰ ਥੋੜਾ ਹੋਰ ਅੱਗੇ ਤੋਰਦੇ ਹਾਂ, ਸਾਲ 1930 ਵੱਲ। ਪੂਰੇ ਦੇਸ਼ ਵਿੱਚ ਆਜ਼ਾਦੀ ਦੀ ਲਹਿਰ ਜ਼ੋਰਾਂ ਤੇ ਸੀ। ਮਹਾਤਮਾ ਗਾਂਧੀ ਨੇ ਸਿਵਲ ਨਾਫਰਮਾਨੀ ਦਾ ਸੱਦਾ ਦਿੱਤਾ ਤੇ ਸਿੱਖਾਂ ਨੇ ਇਸ ਵਿੱਚ ਮੋਹਰੀ ਹੋ ਕੇ ਹਿੱਸਾ ਲਿਆ। ਅਸਲ ਵਿੱਚ ਪੰਜਾਬ ਤਾਂ ਇਸ ਪੂਰੀ ਲਹਿਰ ਦਾ ਇੱਕ ਵੱਡਾ ਗੜ੍ਹ ਬਣ ਗਿਆ ਸੀ। ਪਰ ਇੱਥੇ ਇੱਕ ਬਹੁਤ ਹੀ ਦਿਲਚਸਪ ਮੋੜ ਆਉਂਦਾ ਹੈ। ਖਾਸ ਕਰਕੇ 14 ਅਪ੍ਰੈਲ 1930 ਦੀ ਗੱਲ ਕਰੀਏ ਤਾਂ ਸਿੱਖ ਕੌਮ ਇੱਕ ਨਹੀਂ, ਸਗੋਂ ਦੋ ਮੋਰਚਿਆਂ ਤੇ ਲੜ ਰਹੀ ਸੀ। ਇੱਕ ਪਾਸੇ ਤਾਂ ਉਹ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਖਿਲਾਫ ਲੜ ਰਹੇ ਸਨ ਤੇ ਦੂਜੇ ਪਾਸੇ ਉਹ ਆਪਣੇ ਹੀ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ, ਜੋ ਅੰਗਰੇਜ਼ਾਂ ਦੇ ਪਿੱਠੂ ਸਨ। ਮਤਲਬ ਰਾਸ਼ਟਰੀ ਆਜ਼ਾਦੀ ਅਤੇ ਧਾਰਮਿਕ ਆਜ਼ਾਦੀ ਦੋਵੇਂ ਲੜਾਈਆਂ ਇਕੱਠੀਆਂ ਚੱਲ ਰਹੀਆਂ ਸਨ। ਖੈਰ, ਦੇਸ਼ ਆਜ਼ਾਦ ਹੋਇਆ ਤੇ ਇੱਕ ਨਵਾਂ ਦੌਰ ਸ਼ੁਰੂ ਹੋਇਆ, ਆਧੁਨਿਕ ਦੌਰ। ਹੁਣ ਲੜਾਈ ਦਾ ਰੂਪ ਫਿਰ ਬਦਲ ਗਿਆ। ਹੁਣ ਕੋਸ਼ਿਸ਼ ਸੀ ਸਿਆਸੀ ਹੱਕ ਹਾਸਿਲ ਕਰਨ ਦੀ, ਆਪਣੀ ਆਵਾਜ਼ ਨੂੰ ਮਜ਼ਬੂਤ ਕਰਨ ਦੀ ਤੇ ਦੁਨੀਆ ਭਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ। ਇਸ ਨਵੇਂ ਦੌਰ ਵਿੱਚ ਇੱਕ ਬਹੁਤ ਵੱਡਾ ਨਾਂ ਸਾਹਮਣੇ ਆਉਂਦਾ ਹੈ, ਸਰਦਾਰ ਕਪੂਰ ਸਿੰਘ। ਉਹ ਕੋਈ ਆਮ ਸ਼ਖਸੀਅਤ ਨਹੀਂ ਸਨ। ਇੱਕ ਬਹੁਤ ਹੀ ਤੇਜ਼-ਤਰਾਰ ਬੁੱਧੀਜੀਵੀ, ਇੱਕ ਵਿਦਵਾਨ ਤੇ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਸੇਵਾ ਯਾਨੀ ਕਿ ICS ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਸਿੱਖ।
ਪਰ ਫਿਰ 14 ਅਪ੍ਰੈਲ 1949 ਨੂੰ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਜਿਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਗਿਆ। ਉਹਨਾਂ ਦਾ ਦੋਸ਼ ਸੀ ਕਿ ਸਰਕਾਰ ਵੱਲੋਂ ਕੁਝ ਅਜਿਹੇ ਗੁਪਤ ਸਰਕੂਲਰ ਜਾਰੀ ਕੀਤੇ ਜਾ ਰਹੇ ਸਨ ਜੋ ਸਿੱਖ ਕੌਮ ਦੇ ਖਿਲਾਫ ਸਨ, ਤੇ ਉਹਨਾਂ ਨੇ ਇਸ ਤੇ ਇਤਰਾਜ਼ ਕੀਤਾ ਸੀ। ਖੈਰ, ਇਸ ਘਟਨਾ ਨੂੰ ਅੱਜ ਵੀ ਕਈ ਲੋਕ ਸਿਆਸੀ ਤੌਰ ਤੇ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਮਿਸਾਲ ਮੰਨਦੇ ਹਨ। ਹੁਣ ਅਸੀਂ 20ਵੀਂ ਸਦੀ ਦੇ ਬਿਲਕੁਲ ਅਖੀਰ ਵਿੱਚ ਪਹੁੰਚ ਗਏ ਹਾਂ, ਸਾਲ 1999, ਔਰ ਇਸ ਸਾਲ ਦੀ ਪੂਰੀ ਕਹਾਣੀ ਸਿਰਫ ਇੱਕ ਨੰਬਰ ਵਿੱਚ ਛੁਪੀ ਹੋਈ ਹੈ, 300। ਜੀ ਹਾਂ, 300। ਇਹ ਨੰਬਰ ਖਾਲਸਾ ਪੰਥ ਦੀ ਸਿਰਜਣਾ ਦੇ 300 ਸਾਲ ਪੂਰੇ ਹੋਣ ਦਾ ਪ੍ਰਤੀਕ ਸੀ, ਅਤੇ ਇਸ ਮੌਕੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਬਹੁਤ ਹੀ ਵੱਡਾ ਵਿਸ਼ਵ ਪੱਧਰੀ ਸਮਾਗਮ ਹੋਇਆ। ਇਸ ਨੂੰ ਖਾਲਸੇ ਦਾ ਪੁਨਰ ਜਾਗਰਣ ਕਿਹਾ ਗਿਆ। ਇੱਥੇ ਇੱਕ ਨਵੇਂ ਪੁਰਸਕਾਰ ਦੀ ਵੀ ਸ਼ੁਰੂਆਤ ਕੀਤੀ ਗਈ, ਨਿਸ਼ਾਨੇ ਖਾਲਸਾ, ਤਾਂ ਜੋ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਸਕੇ ਜਿਨ੍ਹਾਂ ਨੇ ਸਿੱਖ ਕੌਮ ਲਈ ਕੁਝ ਖਾਸ ਅਤੇ ਵੱਡਾ ਕੰਮ ਕੀਤਾ ਹੋਵੇ। ਤੇ ਜਦੋਂ ਇਹ ਪੁਰਸਕਾਰ ਦਿੱਤੇ ਗਏ ਤਾਂ ਪਤਾ ਲੱਗਾ ਕਿ ਆਧੁਨਿਕ ਸਿੱਖ ਕੌਮ ਕਿੱਥੇ-ਕਿੱਥੇ ਪਹੁੰਚ ਚੁੱਕੀ ਹੈ। ਕੁੱਲ 80 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ, ਤੇ ਉਹਨਾਂ ਵਿੱਚ ਕੌਣ-ਕੌਣ ਸਨ? ਵਿਦਵਾਨ ਸਨ, ਵੱਡੇ-ਵੱਡੇ ਵਿਗਿਆਨੀ ਸਨ, ਫੌਜੀ ਸਨ, ਕਲਾਕਾਰ ਸਨ, ਹਰ ਖੇਤਰ ਦੇ ਮਾਹਿਰ। ਇਹ ਗੱਲ ਸਾਫ਼ ਹੋ ਗਈ ਕਿ ਹੁਣ ਸਿੱਖ ਕੌਮ ਦਾ ਯੋਗਦਾਨ ਸਿਰਫ ਤਲਵਾਰ ਜਾਂ ਜੰਗ ਦੇ ਮੈਦਾਨ ਤੱਕ ਸੀਮਤ ਨਹੀਂ ਰਿਹਾ। ਤਾਂ ਅਸੀਂ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ ਨਾ, 1634 ਤੋਂ ਲੈ ਕੇ 1999 ਤੱਕ। ਹੁਣ ਜ਼ਰਾ ਰੁਕ ਕੇ ਸੋਚਦੇ ਹਾਂ ਕਿ ਇਹਨਾਂ ਸਾਰੀਆਂ ਵੱਖ-ਵੱਖ ਘਟਨਾਵਾਂ ਨੂੰ, ਜੋ ਸਾਰੀਆਂ 14 ਅਪ੍ਰੈਲ ਨੂੰ ਵਾਪਰੀਆਂ, ਆਪਸ ਵਿੱਚ ਜੋੜਦਾ ਕੀ ਹੈ? ਇਹਨਾਂ ਦੀ ਵਿਰਾਸਤ ਕੀ ਹੈ? ਇੱਕ ਵਾਰ ਫਿਰ ਤੋਂ ਇਸ ਪੂਰੇ ਸਫ਼ਰ ਤੇ ਨਜ਼ਰ ਮਾਰੀਏ। 1634 ਦੀ ਅੰਮ੍ਰਿਤਸਰ ਦੀ ਜੰਗ, 1772 ਵਿੱਚ ਅਬਦਾਲੀ ਦੀ ਮੌਤ, ਫਿਰ 1892 ਵਿੱਚ ਖਾਲਸਾ ਕਾਲਜ ਕਾਉਂਸਲ, 1930 ਦੀ ਸਿਵਲ ਨਾਫਰਮਾਨੀ, 1949 ਵਿੱਚ ਕਪੂਰ ਸਿੰਘ ਦੀ ਮੁਅੱਤਲੀ, ਤੇ ਅਖੀਰ ਵਿੱਚ 1999 ਦੀ ਖਾਲਸਾ ਸ਼ਤਾਬਦੀ। ਇਹ ਸਿਰਫ ਤਾਰੀਖਾਂ ਨਹੀਂ ਹਨ, ਇਹ ਇੱਕ ਕੌਮ ਦੇ ਬਦਲਾਅ ਦੀ ਕਹਾਣੀ ਹੈ, ਇੱਕ ਫੌਜੀ ਤਾਕਤ ਤੋਂ ਉੱਠ ਕੇ ਇੱਕ ਵਿਸ਼ਵ ਪੱਧਰੀ ਕੌਮ ਬਣਨ ਦੀ, ਜਿਸ ਦੀ ਪਹਿਚਾਣ ਹੁਣ ਉਸ ਦੀਆਂ ਸੰਸਥਾਵਾਂ ਤੇ ਉਸ ਦੀ ਆਪਣੀ ਮਜ਼ਬੂਤ ਆਵਾਜ਼ ਹੈ। ਤਾਂ ਅਖੀਰ ਵਿੱਚ ਇੱਕ ਸਵਾਲ ਸਾਡੇ ਸਾਰਿਆਂ ਲਈ, ਆਖਿਰ ਉਹ ਕੀ ਚੀਜ਼ ਹੁੰਦੀ ਹੈ ਜੋ ਕਿਸੇ ਕੌਮ ਦੀ ਪਹਿਚਾਣ ਨੂੰ ਸੈਂਕੜੇ ਸਾਲਾਂ ਤੱਕ ਜ਼ਿੰਦਾ ਰੱਖਦੀ ਹੈ? 14 ਅਪ੍ਰੈਲ ਦੀ ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਸਮੇਂ ਦੇ ਨਾਲ ਬਦਲਣ ਦੀ ਸਮਰੱਥਾ, ਹਰ ਔਖੇ ਹਾਲਾਤ ਦਾ ਸਾਹਮਣਾ ਕਰਨ ਦਾ ਜਜ਼ਬਾ ਅਤੇ ਆਪਣੀ ਹੋਂਦ ਨੂੰ ਬਚਾਏ ਰੱਖਣ ਦੀ ਅਮੋਕ ਭਾਵਨਾ, ਇਹੀ ਉਹ ਗੁਣ ਹਨ ਜੋ ਕਿਸੇ ਕੌਮ ਨੂੰ ਸਦੀਵੀ ਬਣਾਉਂਦੇ ਹਨ।